ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੀ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਪਰਮ ਸਤਿਕਾਰਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿਨਾਂ ਦੀ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡ ਭਾਗੇ ਹਾਂ। ਸਤਿਗੁਰੂ ਜੀ ਦੀ ਮੁਬਾਰਕ ਗੋਦ ਅੰਦਰ ਬੈਠ ਕੇ ਇਤਿਹਾਸ ਨੂੰ ਵਿਚਾਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸੋ ਕੱਲ੍ਹ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਸਿੱਖ ਮੁਦਕੀ ਦਾ ਜੰਗ ਅਤੇ ਫੇਰੂ ਦਾ ਜੰਗ, ਲਾਲ ਸਿਉਂ ਅਤੇ ਤੇਜਾ ਸਿਉਂ ਦੀ ਗਦਾਰੀ ਦੇ ਕਰਕੇ ਹਾਰ ਜਾਂਦੇ ਹਨ। ਇਹ ਦੋਵੇਂ ਜੰਗਾਂ ਗਦਾਰੀ ਕਰਕੇ ਹਾਰ ਗਏ ਹਨ। ਸਿੱਖਾਂ ਨੇ ਅੰਗਰੇਜ਼ਾਂ ਦੇ ਨਾਲ ਸਭਰਾਵਾਂ ਦੀ ਜੰਗ ਕਰਨੀ ਹੈ। ਉਸ ਜੰਗ ਕਰਨ ਤੋਂ ਪਹਿਲਾਂ ਗੁਲਾਬ ਸਿਉਂ ਡੋਗਰਾ, ਜੋ ਪਹਿਲਾਂ ਹੀ ਅੰਗਰੇਜ਼ਾਂ ਦੇ ਸੰਪਰਕ ਦੇ ਵਿੱਚ ਹੈ, ਉਸ ਦੇ ਕੋਲੋਂ ਮਦਦ ਮੰਗੀ ਜਾਂਦੀ ਹੈ। ਉਸ ਨੂੰ ਲਾਹੌਰ ਦਰਬਾਰ ਦੇ ਵਿੱਚ ਲਿਆਂਦਾ ਜਾਂਦਾ ਹੈ, ਵਜ਼ੀਰ ਬਣਾ ਦਿੱਤਾ ਜਾਂਦਾ ਹੈ। ਸਿੱਖ ਉਸ 'ਤੇ ਵਿਸ਼ਵਾਸ ਕਰਦੇ ਹਨ, ਜਦ ਕਿ ਉਹ ਬਹੁਤ ਵੱਡਾ ਗਦਾਰ ਹੈ। ਮਹਾਰਾਣੀ ਜਿੰਦ ਕੌਰ ਵੀ ਚਿੰਤਾ ਦੇ ਵਿੱਚ ਡੁੱਬੀ ਹੋਈ ਹੈ। ਉਸ ਨੂੰ ਵੀ ਇੰਜ ਮਹਿਸੂਸ ਹੋ ਰਿਹਾ ਹੈ, ਜੇਕਰ ਅਸੀਂ ਇਸੇ ਹੀ ਤਰੀਕੇ ਦੇ ਨਾਲ ਜੰਗਾਂ ਹਾਰਦੇ ਰਹੇ ਤਾਂ ਬਹੁਤ ਛੇਤੀ ਅੰਗਰੇਜ਼ਾਂ ਨੇ ਸਿੱਖ ਰਾਜ 'ਤੇ ਕਬਜ਼ਾ ਕਰ ਲੈਣਾ। ਉਹ ਵੀ ਆਪਣੇ ਮਨ ਹੀ ਮਨ ਦੇ ਵਿੱਚ ਸੋਚ ਰਹੀ ਹੈ, ਕੋਈ ਸਿੱਖ ਸਰਦਾਰਾਂ ਦੇ ਵਿੱਚ ਐਸਾ ਆਗੂ ਹੋਣਾ ਚਾਹੀਦਾ ਜੋ ਵਫਾਦਾਰ ਹੋਵੇ, ਜੋ ਸਿੱਖ ਰਾਜ ਦੇ ਪ੍ਰਤੀ ਸਮਰਪਿਤ ਹੋਵੇ। ਉਸ ਦਾ ਧਿਆਨ ਸ਼ਾਮ ਸਿੰਘ ਅਟਾਰੀ ਵਾਲੇ 'ਤੇ ਚਲਿਆ ਜਾਂਦਾ ਹੈ। ਮਹਾਰਾਣੀ ਜਿੰਦ ਕੌਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇੱਕ ਚਿੱਠੀ ਲਿਖਦੀ ਹੈ। ਉਸ ਪੱਤਰ ਦੇ ਵਿੱਚ ਵਾਸਤਾ ਪਾਇਆ ਜਾਂਦਾ ਹੈ ਕਿ ਸ਼ਾਮ ਸਿੰਘ ਅਟਾਰੀ ਵਾਲੇ, ਤੁਸੀਂ ਆ ਕੇ ਸਭਰਾਵਾਂ ਦੀ ਜੰਗ ਦੇ ਵਿੱਚ ਹਿੱਸਾ ਲਵੋ। ਜੋ ਹੁਣ ਸਿੱਖ ਰਾਜ ਦੇ ਆਗੂ ਬਣੇ ਹੋਏ ਹਨ, ਉਹ ਗਦਾਰੀਆਂ ਕਰ ਰਹੇ ਹਨ। ਸ਼ਾਮ ਸਿੰਘ ਅਟਾਰੀ ਵਾਲੇ ਵੱਲੋਂ ਇਹ ਸੁਨੇਹਾ ਭੇਜਿਆ ਜਾਂਦਾ ਹੈ ਕਿ ਮੈਂ ਲਾਹੌਰ ਦਰਬਾਰ ਦੇ ਵਿੱਚ ਤਾਂ ਨਹੀਂ ਆ ਸਕਦਾ, ਹਾਂ ਜਿਸ ਦਿਨ ਜੰਗ ਹੋਵੇਗੀ ਉਸ ਦਿਨ ਮੈਂ ਮੈਦਾਨੇ ਜੰਗ ਦੇ ਵਿੱਚ ਪਹੁੰਚ ਜਾਵਾਂਗਾ। ਸੋ ਇੱਥੋਂ ਤੱਕ ਆਪਾਂ ਇਤਿਹਾਸ ਨੂੰ ਵਿਚਾਰਿਆ ਸੀ। ਸੋ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗਰੇਜ਼ਾਂ ਦੇ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ ਸਭਰਾਵਾਂ ਦੇ ਮੈਦਾਨ ਦੇ ਵਿੱਚ ਜੋ ਜੰਗ ਕਰਨੀ ਹੈ। ਇਹ ਸਭਰਾਵਾਂ ਗੋਇੰਦਵਾਲ ਦੇ ਨੇੜੇ ਹੈ। ਅੰਗਰੇਜ਼ਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਤਕਰੀਬਨ, ਜਦੋਂ ਆਪਾਂ ਇਤਿਹਾਸ ਨੂੰ ਪੜ੍ਹਦੇ ਹਾਂ, ਜੋ ਫੌਜ ਦੀ ਗਿਣਤੀ ਲਿਖੀ ਹੈ 10,000 ਪੈਦਲ ਫੌਜ ਹੈ,
10,000 ਜੋ ਰਸਾਲਾ ਫੌਜ ਹੈ ਉਸ ਦੀ ਗਿਣਤੀ ਹੈ। ਤੇ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਤੋਪਾਂ ਦਿੱਲੀ ਤੋਂ ਮੰਗਵਾਈਆਂ ਜੋ ਬਹੁਤ ਜ਼ਿਆਦਾ ਵੱਡੀਆਂ ਨੇ ਤੇ ਹਾਥੀ ਖਿੱਚ ਕੇ ਲੈ ਕੇ ਆਏ ਆ ਉਹਨਾਂ ਨੂੰ। ਉਸ ਵੇਲੇ ਸਿੱਖਾਂ ਦੇ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ। ਜੋ ਸਿੱਖਾਂ ਦੇ ਵੱਲੋਂ ਜਿੰਨੀ ਵੀ ਤਿਆਰੀ ਕੀਤੀ ਗਈ ਹੈ, ਲਾਲ ਸਿਉਂ ਦੇ ਵੱਲੋਂ 7 ਤਰੀਕ ਨੂੰ 10 ਫਰਵਰੀ ਨੂੰ ਜੰਗ ਹੋਣੀ ਹੈ। 7 ਤਰੀਕ ਨੂੰ ਸਾਰਾ ਨਕਸ਼ਾ ਬਣਾ ਕੇ ਵਧੀਆ ਤਰੀਕੇ ਦੇ ਨਾਲ ਇਸ ਲਾਲ ਸਿਉਂ ਦਾ ਇੱਕ ਨੌਕਰ ਹੈ ਨੂਰਦੀਨ ਪਠਾਨ, ਉਹਦੇ ਰਾਹੀਂ ਅੰਗਰੇਜ਼ਾਂ ਦੇ ਕੋਲ ਉਹ ਨਕਸ਼ਾ ਪਹੁੰਚਦਾ ਕਰ ਦਿੱਤਾ ਕਿ ਅਸੀਂ ਇਸ ਤਰੀਕੇ ਦੇ ਨਾਲ ਮੋਰਚੇ ਬਣਾਵਾਂਗੇ, ਇਸ ਤਰੀਕੇ ਦੇ ਨਾਲ ਸਾਡੀ ਫੌਜ ਖੜੀ ਹੋਵੇਗੀ, ਦੱਖਣ ਵਾਲਾ ਪਾਸਾ ਸਾਡਾ ਕਮਜ਼ੋਰ ਹੋਣਾ, ਤੁਸੀਂ ਉਸ ਪਾਸੇ ਹਮਲਾ ਕਰੋ, ਕਿਉਂਕਿ ਜਦੋਂ ਤੁਸੀਂ ਉਸ ਪਾਸੇ ਹਮਲਾ ਕਰੋਗੇ ਸਾਡੀ ਤਾਕਤ ਉਸ ਪਾਸੇ ਘੱਟ ਹੋਵੇਗੀ, ਉਹ ਪਾਸਾ ਸਾਡਾ ਕਮਜ਼ੋਰ ਹੋਵੇਗਾ, ਤੇ ਜਦੋਂ ਤੁਸੀਂ ਜਿੱਤਦੇ ਨਜ਼ਰ ਆਓਗੇ ਸਾਨੂੰ ਆਪਣੀ ਫੌਜ ਲੈ ਕੇ ਉਸ ਜੰਗ ਦੇ ਵਿੱਚੋਂ ਦੌੜਨਾ ਸੌਖਾ ਹੋ ਜਾਵੇਗਾ। ਅਸੀਂ ਆਪਣੀ ਫੌਜ ਨੂੰ ਇਹ ਗੱਲ ਕਹਿ ਦੇਵਾਂਗੇ ਕਿ ਆਪਾਂ ਨੂੰ ਦੌੜ ਜਾਣਾ ਚਾਹੀਦਾ ਹੈ, ਅੰਗਰੇਜ਼ਾਂ ਦੀ ਤਾਕਤ ਜ਼ਿਆਦਾ, ਆਪਾਂ ਇੱਥੇ ਮਾਰੇ ਜਾਵਾਂਗੇ। ਜਦੋਂ ਅਸੀਂ ਇਹ ਗੱਲ ਕਹਾਂਗੇ ਫੌਜ ਹੈ ਉਹ ਸਾਡੀ ਗੱਲ ਮੰਨੇਗੀ ਤੇ ਸਾਨੂੰ ਦੌੜਨਾ ਸੌਖਾ ਹੋ ਜਾਵੇਗਾ। ਕਿੰਨਾ ਅਸਲਾ ਅਸੀਂ ਇੱਥੇ ਲੈ ਕੇ ਆ ਰਹੇ ਹਾਂ, ਕਿੰਨੀਆਂ ਬੰਦੂਕਾਂ ਹੋਣਗੀਆਂ, ਕਿੰਨੀ ਸਾਡੀ ਫੌਜ ਦੀ ਗਿਣਤੀ ਹੋਵੇਗੀ, ਕਿੰਨੀਆਂ ਤੋਪਾਂ ਹੋਣਗੀਆਂ, ਕਿੰਨਾ ਅਸਲਾ ਹੋਵੇਗਾ, ਸਾਰੀ ਜਾਣਕਾਰੀ ਅੰਗਰੇਜ਼ਾਂ ਦੇ ਕੋਲ 7 ਫਰਵਰੀ ਨੂੰ ਪਹੁੰਚਦੀ ਕਰ ਦਿੱਤੀ ਗਈ। ਲਾਲ ਸਿਉਂ ਦੇ ਵੱਲੋਂ ਇਹ ਗਦਾਰੀ ਕੀਤੀ ਗਈ ਹੈ। ਪਹਿਲਾਂ ਤਾਂ ਕੇਵਲ ਲਾਲ ਸਿਉਂ ਤੇ ਤੇਜਾ ਸਿਉਂ ਇਹ ਦੋਵੇਂ ਗਦਾਰ ਸੀ, ਹੁਣ ਗੁਲਾਬ ਸਿਉਂ ਡੋਗਰਾ ਇਹ ਵੀ ਇੱਕ ਗਦਾਰ ਹੈ ਬਹੁਤ ਵੱਡਾ, ਇਹ ਵੀ ਆ ਮਿਲਿਆ। ਜੋ ਸਿੱਖ ਸਰਦਾਰ ਨੇ ਉਹਨਾਂ ਨੇ ਇਮਾਨਦਾਰੀ ਦੇ ਨਾਲ ਆਪਣੇ ਵੱਲੋਂ ਤਿਆਰੀ ਕੀਤੀ। 10 ਫਰਵਰੀ 1846 ਈਸਵੀ ਨੂੰ ਦੋਵੇਂ ਫੌਜਾਂ ਹੀ ਅੰਗਰੇਜ਼ਾਂ ਦੀ ਫੌਜ ਅਤੇ ਸਿੱਖ ਰਾਜ ਦੀ ਫੌਜ, ਸਿੱਖ ਰਾਜ ਦੀ ਫੌਜ ਦੇ ਇਹ ਆਗੂ ਹਨ ਤੇਜਾ ਸਿਉਂ, ਲਾਲ ਸਿਉਂ ਤੇ ਗੁਲਾਬ ਸਿਉਂ, ਇਹ ਗਦਾਰ ਨੇ ਤਿੰਨੇ ਹੀ। ਸਿੱਖ ਰਾਜ ਦੀ ਫੌਜ ਅਤੇ ਅੰਗਰੇਜ਼ਾਂ ਦੀ ਫੌਜ ਦੋਵੇਂ ਫੌਜਾਂ ਸਭਰਾਵਾਂ ਦੇ ਮੈਦਾਨ ਦੇ ਵਿੱਚ ਪਹੁੰਚ ਗਈਆਂ। ਸ਼ਾਮ ਸਿੰਘ ਅਟਾਰੀ ਵਾਲੇ ਨੂੰ ਸੁਨੇਹਾ ਮਿਲਿਆ ਹੋਇਆ ਸੀ, ਉਹ ਵੀ ਸਮੇਂ ਸਿਰ ਇਸ ਮੈਦਾਨ ਦੇ ਵਿੱਚ ਪਹੁੰਚ ਗਿਆ। ਜਦੋਂ ਸ਼ਾਮ ਸਿੰਘ ਅਟਾਰੀ ਵਾਲਾ ਇਸ ਮੈਦਾਨ ਦੇ ਵਿੱਚ ਪਹੁੰਚਿਆ ਸਿੱਖ ਸਰਦਾਰਾਂ ਦੇ ਹੌਸਲੇ ਬੁਲੰਦ ਹੋ ਗਏ। ਸਿੱਖ ਫੌਜਾਂ ਨੂੰ ਪਤਾ ਹੈ ਪਹਿਲਾਂ ਜਿਹੜੀਆਂ ਅਸੀਂ 2 ਜੰਗਾਂ ਲੜੀਆਂ, ਜੋ ਸਾਡੇ ਆਗੂ ਹਨ ਉਹ ਮੈਦਾਨ ਦੇ ਵਿੱਚੋਂ ਭੱਜ ਗਏ, ਜਿਸ ਕਰਕੇ ਸਾਡਾ ਕੋਈ ਆਗੂ ਹੀ ਨਹੀਂ ਰਿਹਾ, ਸਾਡੀ ਤਾਕਤ ਘਟ ਗਈ, ਅਸੀਂ ਜੰਗਾਂ ਹਾਰ ਗਏ। ਪਰ ਸ਼ਾਮ ਸਿੰਘ ਅਟਾਰੀ ਵਾਲੇ ਤੇ ਜੋ ਸਿੱਖ ਫੌਜਾਂ ਨੇ ਉਹਨਾਂ ਨੂੰ ਬਹੁਤਾ ਵਿਸ਼ਵਾਸ ਹੈ ਵੀ ਹੁਣ ਸਾਡਾ ਜੋ ਪੁਰਾਣਾ ਆਗੂ ਹੈ ਇਮਾਨਦਾਰ ਹੈ ਉਹ ਪਹੁੰਚ ਗਿਆ, ਹੁਣ ਜੇਕਰ ਰੱਬ ਚਾਹੇਗਾ ਤਾਂ ਅਸੀਂ ਜੰਗ ਹਾਰਾਂਗੇ ਤੇ ਨਹੀਂ ਕੋਈ ਤਾਕਤ ਨਹੀਂ ਹੈ ਸਾਨੂੰ ਕਿ ਜੰਗ ਦੇ ਮੈਦਾਨ ਦੇ ਵਿੱਚ ਸਾਨੂੰ ਕੋਈ ਹਰਾ ਸਕੇ। ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ। ਲਾਲ ਸਿਉਂ ਨੇ ਜਦੋਂ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਸ ਜੰਗ ਦੇ ਮੈਦਾਨ ਦੇ ਵਿੱਚ ਵੇਖਿਆ, ਉਹਨੂੰ ਚਿੰਤਾ ਦੇ ਵਿੱਚ ਚਲਿਆ ਗਿਆ ਵੀ ਇਹ ਕਿਹੜੇ ਤਰੀਕੇ ਨਾਲ ਪਹੁੰਚ ਗਿਆ ਜੰਗ ਦੇ ਵਿੱਚ, ਇਹਨੂੰ ਤਾਂ ਨਹੀਂ ਸੀ ਆਉਣਾ ਚਾਹੀਦਾ। ਲਾਲ ਸਿਉਂ ਆਪਣੇ ਵੱਲੋਂ ਕੁਝ ਗੱਲਾਂ ਕਰਦਾ ਸ਼ਾਮ ਸਿੰਘ ਅਟਾਰੀ ਵਾਲੇ ਨੂੰ
ਸ਼ਾਮ ਸਿੰਘ ਅਟਾਰੀ ਵਾਲੇ ਦੇ ਕੋਲ ਜਾ ਕੇ ਕਹਿਣ ਲੱਗਿਆ ਲਾਲ ਸਿਉਂ ਕਿ ਤੁਹਾਡੇ ਵਿੱਚ ਹੁਣ ਪਹਿਲਾਂ ਵਾਲਾ ਜੋਸ਼ ਨਹੀਂ ਹੈ। ਜਿਵੇਂ ਤੁਸੀਂ ਪਹਿਲਾਂ ਜੰਗਾਂ ਕੀਤੀਆਂ ਨੇ ਜਵਾਨੀ ਦੇ ਵੇਲੇ, ਹੁਣ ਤੁਸੀਂ ਬਜ਼ੁਰਗ ਹੋ ਗਏ ਹੋ, ਉਸ ਤਰੀਕੇ ਨਾਲ ਜੰਗ ਨਹੀਂ ਹੋਣੀ। ਲਾਲ ਸਿਉਂ ਨੇ ਜਦੋਂ ਇਹ ਗੱਲ ਕਹੀ ਤਾਂ ਸ਼ਾਮ ਸਿੰਘ ਅਟਾਰੀ ਵਾਲਾ ਕਹਿੰਦਾ, ਭਾਵੇਂ ਮੈਂ ਸਰੀਰਕ ਤੌਰ 'ਤੇ ਬਜ਼ੁਰਗ ਹੋ ਗਿਆ, ਪਰ ਮੈਂ ਆਪਣੇ ਘਰ ਦੇ ਵਿੱਚੋਂ ਅੱਜ ਇਸ ਮੈਦਾਨ ਦੇ ਵਿੱਚ ਇੰਨੇ ਚਾਅ ਨਾਲ ਪਹੁੰਚਿਆ ਜਿਵੇਂ ਕੋਈ ਨੌਜਵਾਨ ਲਾੜੀ ਨੂੰ ਵਿਆਹੁਣ ਜਾਂਦਾ ਹੈ। ਤੇ ਅੱਜ ਇਸ ਸਭਰਾਵਾਂ ਦੇ ਜੰਗ ਦੇ ਮੈਦਾਨ ਦੇ ਵਿੱਚ ਜਾਂ ਤਾਂ ਅਸੀਂ ਜਿੱਤ ਪ੍ਰਾਪਤ ਕਰਾਂਗੇ ਤੇ ਨਹੀਂ ਅਸੀਂ ਮੌਤ ਲਾੜੀ ਨੂੰ ਵਿਆਹੁਣਾ। ਇੰਨਾ ਮੇਰੇ ਮਨ ਦੇ ਵਿੱਚ ਚਾਅ ਹੈ, ਮੇਰੇ ਤਨ ਤੇ ਨਜ਼ਰ ਨਾ ਮਾਰ, ਜੋਸ਼ ਮੇਰੇ ਵਿੱਚ ਉਹੀ ਹੋਵੇਗਾ। ਹੁਣ ਲਾਲ ਸਿਉਂ ਹੈ, ਉਹ ਇਹ ਗੱਲਾਂ ਕਰਕੇ ਪਰਖਣਾ ਚਾਹੁੰਦਾ ਵੀ ਸ਼ਾਮ ਸਿੰਘ ਅਟਾਰੀ ਵਾਲੇ ਦਾ ਇਰਾਦਾ ਕੀ ਹੈ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਜਿਹੜਾ ਠੱਗ ਹੁੰਦਾ ਉਹਦੇ ਕੋਲ ਜ਼ਬਾਨ ਦਾ ਹਥਿਆਰ ਹੁੰਦਾ, ਉਹ ਆਪਣੀ ਜ਼ਬਾਨ ਦੇ ਰਾਹੀਂ ਬੋਲ ਬੋਲ ਕੇ ਚਾਲਾਂ ਚੱਲਦਾ। ਤੇ ਅਸੀਂ ਜਦੋਂ ਉਹਦੇ ਕੋਲ ਕੋਈ ਹਥਿਆਰ ਨਹੀਂ ਹੁੰਦਾ ਬਾਹਰੀ ਵੇਖਣ ਨੂੰ, ਅਸੀਂ ਉਹ 'ਤੇ ਵਿਸ਼ਵਾਸ ਕਰਦੇ ਹਾਂ ਤੇ ਠੱਗ ਦੀਆਂ ਗੱਲਾਂ ਦੇ ਵਿੱਚ ਆ ਕੇ ਆਪਣੇ ਆਪ ਨੂੰ ਲੁਟਾ ਲੈਂਦੇ ਹਾਂ, ਆਪਣੇ ਆਪ ਦਾ ਨੁਕਸਾਨ ਕਰਵਾ ਲੈਂਦੇ ਹਾਂ। ਤੇ ਲਾਲ ਸਿਉਂ ਵੀ ਸ਼ਾਮ ਸਿੰਘ ਅਟਾਰੀ ਵਾਲੇ ਦੇ ਮਨ ਦੀ ਭਾਵਨਾ ਨੂੰ ਜਾਣਨਾ ਚਾਹੁੰਦਾ ਗੱਲਾਂ ਕਰਕੇ। ਲਾਲ ਸਿਉਂ ਕਹਿ ਰਹੇ ਹੈ ਵੀ ਕਿਹੜੇ ਜੋਸ਼ ਦੀਆਂ ਤੁਸੀਂ ਗੱਲਾਂ ਕਰਦੇ ਹੋ, ਕਿਹੜੇ ਇਰਾਦਿਆਂ ਦੀਆਂ ਗੱਲਾਂ ਕਰਦੇ ਹੋ। ਜੋ ਤੁਹਾਡੇ ਇਹ ਸਿੱਖ ਸਰਦਾਰ ਹੈ, ਜੋ ਫੌਜਾਂ ਨੇ, ਇਹ ਤਾਂ ਪਹਿਲੇ 2 ਜੰਗਾਂ ਦੇ ਵਿੱਚ ਦੌੜੇ ਆਈਆਂ, ਭੱਜੇ ਆਈਆਂ। ਹੁਣ ਲਾਲ ਸਿਉਂ ਕੀ ਕਹਿ ਰਹੇ ਹੈ, ਭੱਜ ਕੇ ਉਹ ਆਪ ਗਏ ਆ ਜੰਗ ਦੇ ਵਿੱਚੋਂ, ਪਰ ਦੋਸ਼ ਸਿੱਖਾਂ ਤੇ ਲਾ ਰਿਹਾ ਵੀ ਸਿੱਖ ਫੌਜਾਂ ਭੱਜੇ ਆਈਆਂ। ਦੋਵੇਂ ਜੰਗਾਂ ਦੇ ਵਿੱਚ ਸਿੱਖ ਫੌਜਾਂ ਭੱਜੇ ਆਈਆਂ। ਜੇ ਅਸੀਂ ਅੱਜ ਇਹ ਜੰਗ ਕਰ ਵੀ ਰਹੇ ਹਾਂ ਤਾਂ ਇਹ ਜੋ ਸਿੱਖੀ ਦੇ ਸਿਧਾਂਤ ਹਨ ਜਾਂ ਸਿੱਖ ਰਾਜ ਨੂੰ ਥੋੜ੍ਹਾ ਬਹੁਤਾ ਬਚਾਉਣ ਦੇ ਲਈ ਫਿਰ ਉਪਰਾਲਾ ਕੀਤਾ ਜਾ ਰਿਹਾ। ਤੁਹਾਡੇ ਸਰਦਾਰ ਤਾਂ ਦੌੜੇ ਆਉਂਦੇ ਆ ਜੰਗ ਦੇ ਵਿੱਚੋਂ, ਤੇ ਤੁਸੀਂ ਸਾਡੇ ਨਾਲ ਵਾਅਦਾ ਕਰੋ ਵੀ ਤੁਸੀਂ ਜੰਗ ਦੇ ਵਿੱਚੋਂ ਦੌੜੋਗੇ ਤਾਂ ਨਹੀਂ। ਲਾਲ ਸਿਉਂ ਕਹਿ ਰਿਹਾ ਸ਼ਾਮ ਸਿੰਘ ਅਟਾਰੀ ਵਾਲੇ ਨੂੰ। ਸ਼ਾਮ ਸਿੰਘ ਅਟਾਰੀ ਵਾਲੇ ਨੇ ਉਸ ਸਮੇਂ ਜਵਾਬ ਦਿੱਤਾ, ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਾਂ ਮੇਰੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰੀ ਜੇਕਰ ਕੋਈ ਮੇਰੀ ਚੀਜ਼ ਹੈ ਉਹ ਹੈ ਧਰਮ। ਤੇ ਮੈਂ ਧਰਮ ਦੀ ਸਹੁੰ ਖਾ ਕੇ ਕਹਿਣਾ, ਇਸ ਮੈਦਾਨੇ ਜੰਗ ਦੇ ਵਿੱਚੋਂ ਮੈਂ ਦੌੜਾਂਗਾ ਨਹੀਂ। ਕੁਝ ਇਤਿਹਾਸਕ ਕਿਤਾਬਾਂ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਵੀ ਉਸ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਗੁਟਕਾ ਸਾਹਿਬ 'ਤੇ ਹੱਥ ਧਰ ਕੇ ਲਾਲ ਸਿਉਂ ਦੇ ਨਾਲ ਵਾਅਦਾ ਕੀਤਾ ਵੀ ਅਸੀਂ ਜੰਗ ਦੇ ਵਿੱਚੋਂ ਨਹੀਂ ਦੌੜਾਂਗੇ। ਜਿਸ ਕਰਕੇ ਲਾਲ ਸਿਉਂ ਨੂੰ ਕਨਫਰਮ ਹੋ ਗਿਆ, ਚੰਗੀ ਤਰ੍ਹਾਂ ਪਤਾ ਚੱਲ ਗਿਆ ਵੀ ਜੇ ਸ਼ਾਮ ਸਿੰਘ ਅਟਾਰੀ ਵਾਲਾ ਜੰਗ ਦੇ ਵਿੱਚ ਆਇਆ ਇਹ ਦੌੜੇਗਾ ਨਹੀਂ, ਇਹ ਬੜੀ ਹੀ ਬਹਾਦਰੀ ਦੇ ਨਾਲ ਜੰਗ ਕਰੇਗਾ ਤੇ ਜੋ ਸਿੱਖ ਸਰਦਾਰ ਫੌਜਾਂ ਨੇ ਉਹ ਇਹਦੀ ਅਗਵਾਈ ਦੇ ਵਿੱਚ ਜੰਗ ਕਰਨਗੀਆਂ ਤੇ ਉਹਨਾਂ ਦੇ ਹੌਸਲੇ ਵੀ ਬੁਲੰਦ ਹਨ। ਇਹਦੇ ਮਨ ਵਿੱਚ ਚਿੰਤਾ ਵੀ ਹੈ ਸਿੱਖ ਕਿਤੇ ਜੰਗ ਜਿੱਤ ਨਾ ਜਾਣ, ਕਿਉਂਕਿ ਸਿੱਖਾਂ ਨੂੰ ਇੱਕ ਚੰਗਾ ਆਗੂ ਮਿਲ ਗਿਆ। ਆਖਰ 10 ਫਰਵਰੀ 1846 ਈਸਵੀ ਨੂੰ ਦਿਨ ਦੇ ਸਮੇਂ ਸਵੇਰ ਦੇ ਵਕਤ ਹੀ ਇਹ ਜੰਗ ਆਰੰਭ ਹੋ ਗਈ। ਦੋਵੇਂ ਤਰਫਾਂ ਤੋਂ ਤੋਪਾਂ ਚਲਾਈਆਂ ਗਈਆਂ, ਬੰਦੂਕਾਂ ਦੀ ਵਰਤੋਂ ਕੀਤੀ ਗਈ ਤੇ ਜੋ ਸਿੱਖ ਸਰਦਾਰ ਹਨ ਉਹ ਬੜੀ ਹੀ ਹੂਲ ਕੇ ਜੰਗ ਲੜ ਰਹੇ ਹੈ, ਬੜੀ ਬਹਾਦਰੀ ਦੇ ਨਾਲ। ਉਹਨਾਂ ਨੂੰ ਬਹੁਤ ਜ਼ਿਆਦਾ ਹੌਸਲਾ ਹੈ ਸ਼ਾਮ ਸਿੰਘ ਅਟਾਰੀ ਵਾਲੇ ਦਾ।
ਬਹੁਤ ਹੀ ਜ਼ਿਆਦਾ ਬਹਾਦਰੀ ਦੇ ਨਾਲ ਜੰਗ ਕੀਤੀ ਜਾ ਰਹੀ ਹੈ। ਜੋ ਅੰਗਰੇਜ਼ਾਂ ਦੇ ਵਿੱਚ ਮੇਨ ਆਫੀਸਰ ਹਨ, ਇੱਕ ਗਫ ਹੈ, ਇੱਕ ਹਾਰਡਿੰਗ ਹੈ, ਸਮਿਥ ਹੈ ਅਤੇ ਇੱਕ ਰਾਵਟ ਹੈ। ਇਹ ਨਵਾਂ ਆਫੀਸਰ ਆਇਆ ਹੈਗਾ। ਇਹਨਾਂ ਦੀ ਅਗਵਾਈ ਦੇ ਵਿੱਚ ਜੋ ਅੰਗਰੇਜ਼ ਫੌਜਾਂ ਨੇ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜੰਗ ਕਰ ਰਹੇ ਨੇ, ਪਰ ਸਿੱਖਾਂ ਦੀ ਬਰਾਬਰੀ ਨਹੀਂ ਕਰ ਰਹੇ, ਸਿੱਖਾਂ ਦੀ ਤਰ੍ਹਾਂ ਬਹਾਦਰੀ ਨਹੀਂ ਵਿਖਾ ਰਹੇ। ਆਖਰ ਅੰਗਰੇਜ਼ਾਂ ਨੂੰ ਜੋ ਖਬਰ ਪਹੁੰਚੀ ਹੋਈ ਹੈ ਪਹਿਲਾਂ ਚਿੱਠੀ ਪੱਤਰ ਦੇ ਰਾਹੀਂ ਵੀ ਸਾਡੀ ਫੌਜ ਦਾ ਦੱਖਣ ਵਾਲਾ ਪਾਸਾ ਕਮਜ਼ੋਰ ਹੋਵੇਗਾ, ਉੱਥੇ ਤੁਸੀਂ ਹਮਲਾ ਕਰਿਓ। ਅੰਗਰੇਜ਼ਾਂ ਦੇ ਵੱਲੋਂ ਇਹ ਚਾਲ ਚੱਲੀ ਜਾਂਦੀ ਹੈ, ਦੱਖਣ ਵਾਲੀ ਸਾਈਡ ਤੇ ਸਿੱਖ ਫੌਜਾਂ ਦੇ ਉੱਪਰ ਹਮਲਾ ਕੀਤਾ ਜਾਂਦਾ ਹੈ, ਪਰ ਸਿੱਖ ਜੋ ਫੌਜ ਹੈ ਆਪਣਾ ਉਹ ਪਾਸਾ ਵੀ ਤਕੜਾ ਕਰ ਲੈਂਦੀ ਹੈ, ਨਵੀਂ ਫੌਜ ਆ ਜਾਂਦੀ ਹੈ, ਜਿਸ ਕਰਕੇ ਅੰਗਰੇਜ਼ਾਂ ਦਾ ਕੋਈ ਫੌ ਨਹੀਂ ਪੈ ਰਿਹਾ। ਲਾਲ ਸਿਉਂ, ਤੇਜਾ ਸਿਉਂ ਤੇ ਗੁਲਾਬ ਸਿਉਂ ਡੋਗਰਾ ਜੋ ਸੋਚ ਕੇ ਆਏ ਸੀ ਉਹ ਜੰਗ ਦੇ ਵਿੱਚ ਹੋ ਨਹੀਂ ਰਿਹਾ। ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਜਦੋਂ ਪਹਿਲਾਂ ਜੰਗ ਲੜੀ ਗਈ ਸੀ ਮੁਦਕੀ ਦੀ ਜੰਗ, ਉਸ ਸਮੇਂ ਜਾਂ ਫੇਰੂ ਦੀ ਜੰਗ ਦੇ ਦੌਰਾਨ ਵੀ ਅੰਗਰੇਜ਼ਾਂ ਦਾ ਬਹੁਤਾ ਨੁਕਸਾਨ ਹੋਇਆ ਸੀ, ਬਹੁਤੇ ਸਿਪਾਹੀ ਮਾਰੇ ਗਏ ਸੀ। ਇਨ੍ਹਾਂ ਜੰਗਾਂ ਤੋਂ ਬਾਅਦ ਲਾਲ ਸਿਉਂ ਨੂੰ ਸਪੈਸ਼ਲ ਤੌਰ ਤੇ ਸੱਦ ਕੇ ਅੰਗਰੇਜ਼ਾਂ ਨੇ ਝਾੜਾਂ ਪਾਈਆਂ ਸੀ ਵੀ ਤੁਸੀਂ ਨਾਲੇ ਤਾਂ ਸਾਡੇ ਵੱਲੋਂ ਗਦਾਰੀ ਕਰਦੇ ਹੋ, ਨਾਲੇ ਤੁਸੀਂ ਸਾਡਾ ਨੁਕਸਾਨ ਕਰਵਾ ਦਿੰਦੇ ਹੋ ਹਰੇਕ ਜੰਗ ਦੇ ਵਿੱਚ। ਲਾਲ ਸਿਉਂ ਨੂੰ ਬਹੁਤ ਜ਼ਿਆਦਾ ਝਾੜਾਂ ਪਾਈਆਂ ਵੀ ਤੂੰ ਚੰਗੀ ਤਰ੍ਹਾਂ ਗਦਾਰੀ ਕਿਉਂ ਨਹੀਂ ਕਰਦਾ। ਇਸੇ ਕਰਕੇ ਹੀ ਲਾਲ ਸਿਉਂ ਨੇ ਐਤਕੀ ਵਾਰ ਜੋ ਪਹਿਲਾਂ ਹੀ ਸਾਰਾ ਨਕਸ਼ਾ ਬਣਾ ਕੇ ਭੇਜਿਆ ਹੋਇਆ ਹੈ, ਚਿੱਠੀ ਪੱਤਰ ਦੇ ਰਾਹੀਂ ਦੱਸਿਆ ਹੋਇਆ ਕਿੰਨਾ ਅਸਲ ਹੈ, ਕਿੰਨੀਆਂ ਤੋਪਾਂ ਹੈ, ਕਿੰਨੀ ਫੌਜ ਹੈ, ਕਿਹੜਾ ਪਾਸਾ ਸਾਡਾ ਕਮਜ਼ੋਰ ਹੋਵੇਗਾ, ਪਰ ਲਾਲ ਸਿਉਂ ਨੇ ਇਹ ਨਹੀਂ ਲਿਖ ਕੇ ਭੇਜਿਆ ਵੀ ਸ਼ਾਮ ਸਿੰਘ ਅਟਾਰੀ ਵਾਲਾ ਵੀ ਇਸ ਜੰਗ ਦੇ ਵਿੱਚ ਆ ਕੇ ਲੜੇਗਾ, ਕਿਉਂਕਿ ਇਹ ਲਾਲ ਸਿਉਂ ਨੂੰ ਨਹੀਂ ਸੀ ਪਤਾ ਵੀ ਉਹ ਜੰਗ ਦੇ ਵਿੱਚ ਆਵੇਗਾ। ਇਹ ਤਾਂ ਮਹਾਰਾਣੀ ਜਿੰਦ ਕੌਰ ਨੇ ਚਿੱਠੀ ਪੱਤਰ ਭੇਜਿਆ ਹੋਇਆ ਤਾਂ ਉਹ ਜੰਗ ਦੇ ਵਿੱਚ ਆਇਆ। ਅੰਗਰੇਜ਼ਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਦੋਵੇਂ ਤਰਫਾਂ ਤੋਂ ਬੰਦੂਕਾਂ ਦੀ ਵਰਤੋਂ ਕੀਤੀ ਗਈ ਹੈ, ਤੋਪਾਂ ਦੀ ਵਰਤੋਂ ਕੀਤੀ ਗਈ ਹੈ। ਆਖਰ ਜਦੋਂ ਬਿਲਕੁਲ ਜੰਗ ਜੋਬਨ ਤੇ ਹੈ, ਪਹਿਲਾਂ ਤਾਂ ਕੇਵਲ ਲਾਲ ਸਿਉਂ ਗਦਾਰੀ ਕਰਦਾ ਸੀ, ਇਸ ਵਾਰੀ ਜੰਗ ਦੇ ਮੈਦਾਨ ਦੇ ਵਿੱਚ ਤੇਜਾ ਸਿਉਂ ਵੀ ਹੈ। ਤੇਜਾ ਸਿਉਂ ਦੀ ਅਗਵਾਈ ਦੇ ਵਿੱਚ ਵੀ ਫੌਜ ਹੈ ਜੋ ਜੰਗ ਕਰ ਰਹੀ ਹੈ, ਡੋਗਰਾ ਫੌਜ ਹੈ ਜਾਂ ਮੁਸਲਮਾਨ ਜੋ ਵੀਰ ਨੇ ਵਿਅਕਤੀ ਹੈ ਉਹ ਫੌਜ ਦੇ ਵਿੱਚ ਹਨ, ਜੋ ਸਿੱਖ ਰਾਜ ਦੇ ਨੁਮਾਇੰਦੇ ਨਹੀਂ, ਸਿੱਖ ਰਾਜ ਦੇ ਵਿੱਚ ਰਹਿਣ ਵਾਲੇ ਨਹੀਂ, ਬਾਹਰ ਦੀ ਹੈ ਸਾਰੀ ਫੌਜ, ਪਰ ਨੌਕਰੀ ਸਿੱਖ ਰਾਜ ਦੇ ਵਿੱਚ ਕਰ ਰਹੀ ਹੈ। ਇਹ ਤੇਜਾ ਸਿਉਂ ਤੇ ਲਾਲ ਸਿਉਂ ਜਦੋਂ ਜੋਬਨ ਤੇ ਜੰਗ ਲੜੀ ਜਾ ਰਹੀ ਹੈ, ਉਦੋਂ ਇਹਨਾਂ ਨੇ ਪਹਿਲਾਂ ਦੀ ਤਰ੍ਹਾਂ ਦੌੜਨਾ ਚੰਗਾ ਸਮਝਿਆ, ਆਪਣੀ ਫੌਜ ਲੈ ਕੇ ਇਹ ਦੌੜ ਗਏ ਦੋਵੇਂ, ਜਿਸ ਕਰਕੇ ਕੇਵਲ ਸਿੱਖ ਸਰਦਾਰਾਂ ਦੀ ਫੌਜ ਰਹਿ ਗਈ ਹੈ। ਉਹਨਾਂ ਦੇ ਥੋੜ੍ਹੇ ਜਿਹੇ ਹੌਸਲੇ ਵੀ ਪਸਤ ਹੋਏ ਹਨ। ਉਹਨਾਂ ਨੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਕਹਿਆ ਵੀ ਲਾਲ ਸਿਉਂ ਤੇ ਤੇਜਾ ਸਿਉਂ ਦੋਵੇਂ ਜੋ ਉਹਨਾਂ ਦੀ ਅਗਵਾਈ ਦੇ ਵਿੱਚ ਫੌਜ ਹੈ ਉਸ ਨੂੰ ਲੈ ਕੇ ਉਹ ਦੌੜ ਗਏ ਹਨ, ਆਪਾਂ ਥੋੜ੍ਹੇ ਰਹਿ ਗਏ ਹਾਂ। ਸ਼ਾਮ ਸਿੰਘ ਅਟਾਰੀ ਵਾਲੇ ਨੇ ਉਸ ਸਮੇਂ ਸਿੱਖ ਸਰਦਾਰਾਂ ਦੀ ਜੋ ਫੌਜ ਹੈ ਉਹਨਾਂ ਨੂੰ ਹੌਸਲਾ ਦਿੰਦਿਆਂ ਕਹਿਆ ਵੀ ਅਸੀਂ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਜਿਹੜਾ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਦੇ ਵਿੱਚ 40 ਸਿੱਖਾਂ ਦੇ ਨਾਲ ਤਕਰੀਬਨ 10 ਲੱਖ ਦੀ ਫੌਜ ਦੇ ਨਾਲ ਮੁਕਾਬਲਾ ਕਰਦਾ ਤੇ ਅਸੀਂ ਉਸ ਗੁਰੂ ਗੋਬਿੰਦ ਸਿੰਘ ਜੀ ਦੀ ਖੰਡੇ ਕੀ ਪਹੁਲ ਪ੍ਰਾਪਤ ਕੀਤੀ ਹੋਈ ਹੈ, ਜਿਹੜੀ ਖੰਡੇ ਕੀ ਪਹੁਲ ਸਾਨੂੰ ਮੌਤ ਦੀ ਹਿੱਕ ਤੇ ਨੱਚਣਾ ਸਿਖਾਉਂਦੀ ਹੈ। ਜਦੋਂ ਗੁਰੂ ਦਾ ਥਾਪੜਾ ਸਾਡੇ ਤੇ ਹੈ, ਨਾ ਤੁਸੀਂ ਤੇਜਾ ਸਿੰਘ ਵੱਲ ਵੇਖਣਾ
ਤੇ ਨਾ ਅੰਗਰੇਜ਼ਾਂ ਦੀ ਤਾਕਤ ਵੇਖਣੀ ਹੈ ਕਿ ਉਹਨਾਂ ਦੇ ਕੋਲ ਕਿੰਨੀਆਂ ਤੋਪਾਂ ਨੇ, ਕਿੰਨੀਆਂ ਬੰਦੂਕਾਂ ਨੇ, ਕਿੰਨੀਆਂ ਫੌਜਾਂ ਨੇ। ਜਦੋਂ ਗੁਰੂ ਸਾਡੇ ਵੱਲ ਦਾ ਤੇ ਅਸੀਂ ਇਸ ਜੰਗ ਦੇ ਵਿੱਚ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ। ਜਾਮ ਗੁਰੂ ਹੋਏ ਵੱਲ ਲੱਖ ਵਾਹੇ ਕਿਆ ਕੀਜੇ, ਤੁਹਾਨੂੰ ਹੌਸਲੇ ਦੇ ਨਾਲ ਲੜਨਾ ਚਾਹੀਦਾ। ਜਦੋਂ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਹੌਸਲਾ ਦਿੱਤਾ ਗਿਆ ਸ਼ਾਮ ਸਿੰਘ ਅਟਾਰੀ ਵਾਲੇ ਵੱਲੋਂ, ਤਾਂ ਜੋ ਸਿੱਖ ਫੌਜ ਹੈ ਉਹ ਬੜੀ ਹੀ ਹੌਸਲੇ ਦੇ ਨਾਲ ਲੜ ਰਹੀ ਹੈ, ਅੰਗਰੇਜ਼ਾਂ ਦਾ ਮੁਕਾਬਲਾ ਕਰ ਰਹੀ ਹੈ। ਹੁਣ ਲਾਲ ਸਿਉਂ ਤੇ ਤੇਜਾ ਸਿਉਂ ਪਹਿਲਾਂ ਤਾਂ ਇਹ ਜੰਗ ਦੇ ਵਿੱਚ ਕੇਵਲ ਦੌੜਦੇ ਹੁੰਦੇ ਸੀ, ਪਰ ਇਸ ਵਾਰੀ ਇਹਨਾਂ ਨੇ ਕੀ ਕੀਤਾ, ਜਦੋਂ ਇਹਨਾਂ ਨੇ ਦਰਿਆ ਪਾਰ ਕੀਤਾ ਦੋਵਾਂ ਨੇ, ਤੇ ਤੇਜਾ ਸਿਉਂ ਨੇ ਕੀ ਕੀਤਾ, ਜਿਹੜਾ ਦਰਿਆ ਪਾਰ ਕਰਕੇ ਗਏ ਸੀ ਬੇੜੀਆਂ ਦਾ ਪੁਲ ਬਣਾ ਕੇ ਸਭਰਾਵਾਂ ਦੇ ਮੈਦਾਨ ਵਿੱਚ, ਉਹ ਦਰਿਆ ਦਾ ਪੁਲ ਤੋੜ ਦਿੱਤਾ, ਬੇੜੀਆਂ ਤੋੜ ਦਿੱਤੀਆਂ ਕੁਝ ਵੀ, ਤਾਂ ਕਿ ਸਿੱਖ ਵਾਪਸ ਨਾ ਆ ਸਕਣ। ਹੁਣ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਲੈ ਕੇ ਆਵੋ, ਸਭਰਾਵਾਂ ਦੇ ਮੈਦਾਨ ਦੇ ਵਿੱਚ ਸਿੱਖ ਜੰਗ ਕਰ ਰਹੇ ਹੈ, ਸਾਹਮਣੇ ਅੰਗਰੇਜ਼ਾਂ ਦੀ ਫੌਜ ਹੈ, ਉਸ ਦਾ ਮੁਕਾਬਲਾ ਕੀਤਾ ਜਾ ਰਿਹਾ। ਬੈਕ ਸਾਈਡ ਦਰਿਆ ਵਗਦਾ, ਉਹਦਾ ਪੁਲ ਤੋੜ ਦਿੱਤਾ ਗਿਆ, ਸਿੱਖ ਪਿਛਾਂਹ ਨਹੀਂ ਹਟ ਸਕਦੇ। ਤੇ ਤੇਜਾ ਸਿਉਂ ਨੇ ਕੀ ਕੀਤਾ, ਉਹ ਦਰਿਆ ਤੋਂ ਪਾਰ ਖੜਾ ਕਿਨਾਰੇ ਤੇ। ਤੇਜਾ ਸਿਉਂ ਨੇ ਕੀ ਕੀਤਾ, ਉੱਥੇ ਰੁਕ ਕੇ ਜੋ ਉਹ ਤੋਪਾਂ ਨਾਲ ਲੈ ਗਏ ਹੈ, ਉਹਨਾਂ ਦੇ ਵਿੱਚ ਬਰੂਦ ਭਰ ਕੇ ਸਿੱਖਾਂ ਤੇ ਤੋਪਾਂ ਚਲਾਈਆਂ ਜਾ ਰਹੀਆਂ। ਦੋਵੇਂ ਪਾਸੇ ਹੀ ਸਿੱਖ ਘਿਰ ਗਏ ਹੈ। ਇੱਕ ਪਾਸੇ ਤੇਜਾ ਸਿਉਂ ਗਦਾਰ ਹੈ, ਉਹਦੇ ਵੱਲੋਂ ਵੀ ਸਿੱਖਾਂ ਤੇ ਤੋਪਾਂ ਚਲਾਈਆਂ ਗਈਆਂ ਦਰਿਆ ਦੇ ਕਿਨਾਰੇ ਤੋਂ, ਤੇ ਸਾਹਮਣੇ ਅੰਗਰੇਜ਼ ਫੌਜ ਹੈ, ਤੇ ਵਿਚਕਾਰ ਥੋੜੇ ਜਿਹੇ ਸਿੱਖ ਹਨ ਸ਼ਾਮ ਸਿੰਘ ਅਟਾਰੀ ਵਾਲੇ ਦੀ ਅਗਵਾਈ ਦੇ ਵਿੱਚ। ਪਰ ਸਿੱਖ ਫਿਰ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜੰਗ ਕਰ ਰਹੇ ਹੈ। ਸ਼ਾਮ ਸਿੰਘ ਅਟਾਰੀ ਵਾਲੇ ਨੇ ਕਿਹਾ, ਸਾਨੂੰ ਬਰੂਦ ਦੀ ਵਰਤੋਂ ਕਰਨੀ ਚਾਹੀਦੀ ਹੈ, ਸਾਨੂੰ ਵੀ ਬੰਦੂਕਾਂ ਚਲਾਉਣੀਆਂ ਚਾਹੀਦੀਆਂ, ਜਿੰਨੀਆਂ ਕਿ ਸਾਡੇ ਕੋਲ ਤੋਪਾਂ ਨੇ ਉਹ ਚਲਾਉਣੀਆਂ ਚਾਹੀਦੀਆਂ। ਬਰੂਦ ਖਤਮ ਹੋ ਗਿਆ, ਨਵਾਂ ਬਰੂਦ ਲਿਆਂਦਾ ਜਾਵੇ। ਆਖਰ ਇੱਕ ਗਦਾਰੀ ਹੋਰ ਕੀਤੀ ਹੋਈ ਹੈ, ਜਦੋਂ ਬਰੂਦ ਦੀਆਂ ਨਵੀਆਂ ਪੇਟੀਆਂ ਖੋਲੀਆਂ ਗਈਆਂ, ਪਹਿਲਾਂ ਵਾਲਾ ਬਰੂਦ ਖਤਮ ਹੋ ਗਿਆ ਹੈ, ਨਵਾਂ ਬਰੂਦ ਵਰਤਣਾ। ਜਦੋਂ ਪੇਟੀਆਂ ਖੋਲੀਆਂ ਗਈਆਂ, ਉਹਨਾਂ ਪੇਟੀਆਂ ਦੇ ਵਿੱਚ ਬਰੂਦ ਦੀ ਜਗ੍ਹਾ ਤੇ ਤੇਜਾ ਸਿਉਂ ਤੇ ਲਾਲ ਸਿਉਂ ਨੇ ਸਰੋਂ ਭਰੀ ਹੋਈ ਹੈ, ਬਰੂਦ ਹੀ ਨਹੀਂ ਹੈ, ਜਾਂ ਕੁਝ ਦੇ ਵਿੱਚ ਰੇਤਾ ਭਰਿਆ ਹੋਇਆ। ਹੁਣ ਅਸਲਾ ਵੀ ਕੋਈ ਨਹੀਂ, ਤੇਜਾ ਸਿਉਂ ਤੇ ਲਾਲ ਸਿਉਂ ਵੀ ਗਦਾਰੀ ਕਰ ਗਏ ਹੈ, ਪੁਲ ਵੀ ਤੋੜ ਦਿੱਤਾ ਹੈ, ਸਿੱਖਾਂ ਦੀ ਗਿਣਤੀ ਵੀ ਘੱਟ ਹੈ। ਅੰਗਰੇਜ਼ ਫੌਜ ਉਹ ਤੋਪਾਂ ਦੀ ਵਰਤੋਂ ਕਰ ਰਹੀ ਹੈ, ਬੰਦੂਕਾਂ ਦੀ ਵਰਤੋਂ ਕਰ ਰਹੀ ਹੈ। ਸਿੱਖਾਂ ਦੇ ਕੋਲ ਜਦੋਂ ਬਰੂਦ ਕੋਈ ਨਹੀਂ, ਸਿੱਖਾਂ ਦੀਆਂ ਤੋਪਾਂ ਵੀ ਸ਼ਾਂਤ ਹੋ ਗਈਆਂ, ਤੇ ਸਿੱਖਾਂ ਦੀਆਂ ਬੰਦੂਕਾਂ ਨੇ ਵੀ ਆਪਣੀ ਬੋਲੀ ਬੋਲਣੀ ਬੰਦ ਕਰ ਦਿੱਤੀ। ਪਰ ਸ਼ਾਮ ਸਿੰਘ ਅਟਾਰੀ ਵਾਲਾ ਆਪਣੀ ਫੌਜ ਨੂੰ ਹੌਸਲਾ ਦਿੰਦਾ ਹੈ, ਤਲਵਾਰ ਦੇ ਨਾਲ ਜੰਗ ਕੀਤੀ ਜਾ ਰਹੀ ਹੈ। ਹੁਣ ਇੱਕ ਪਾਸੇ ਦੁਸ਼ਮਣ ਦੇ ਕੋਲ ਤੋਪਾਂ ਨੇ, ਬੰਦੂਕਾਂ ਨੇ, ਤੇ ਇੱਕ ਫੌਜ ਦੇ ਕੋਲ ਕੇਵਲ ਤਲਵਾਰਾਂ ਨੇ। ਉਹ ਕਿੰਨਾ ਕੁ ਚਿਰ ਮੁਕਾਬਲਾ ਕਰ ਸਕਦੇ ਹੈ? ਨਹੀਂ ਕਰ ਸਕਦੇ। ਆਖਰ ਅੰਗਰੇਜ਼ਾਂ ਦੀ ਬੰਦੂਕ ਦੇ ਵਿੱਚੋਂ ਇੱਕ ਗੋਲੀ ਨਿਕਲਦੀ ਹੈ, ਜਿਹੜੀ ਸ਼ਾਮ ਸਿੰਘ ਅਟਾਰੀ ਵਾਲੇ ਦੇ ਆ ਕੇ ਲੱਗਦੀ ਹੈ, ਪਰ ਇਹ ਯੋਧਾ ਉਹ ਗੋਲੀ ਲੱਗਣ ਦੇ ਬਾਵਜੂਦ ਫਿਰ ਵੀ ਜੰਗ ਕਰ ਰਹੇ ਹੈ। ਦੂਸਰੀ ਗੋਲੀ ਲੱਗਦੀ ਹੈ, ਘੋੜਾ ਜ਼ਖਮੀ ਹੁੰਦਾ ਹੈ, ਘੋੜਾ ਬਦਲ ਲਿਆ ਜਾਂਦਾ ਹੈ, ਪਰ ਇਹ ਸ਼ਾਮ ਸਿੰਘ ਅਟਾਰੀ ਵਾਲਾ ਫਿਰ ਵੀ ਬਹੁਤ ਬਹਾਦਰੀ ਦੇ ਨਾਲ ਜੰਗ ਕਰ ਰਹੇ ਹੈ। ਆਖਰ ਸ਼ਾਮ ਸਿੰਘ ਅਟਾਰੀ ਵਾਲੇ ਦੇ ਇੱਕ ਨਹੀਂ, ਦੋ ਨਹੀਂ, ਕੋਈ ਤਿੰਨ ਨਹੀਂ, 7 ਗੋਲੀਆਂ ਲੱਗਦੀਆਂ ਸਰੀਰ ਦੇ ਵਿੱਚ, ਜਿਸ ਕਰਕੇ ਸ਼ਾਮ ਸਿੰਘ ਅਟਾਰੀ ਵਾਲਾ ਬਹੁਤ ਹੀ ਜ਼ਖਮੀ ਰੂਪ ਦੇ ਵਿੱਚ ਘੋੜੇ ਤੋਂ ਹੇਠਾਂ ਡਿੱਗ ਪੈਂਦਾ। ਤੇ ਸਿੱਖ ਹਨ ਉਹ ਆਖਰ ਤਲਵਾਰਾਂ ਦੇ ਨਾਲ ਕਦੋਂ ਕੁ ਤੱਕ ਜੰਗ ਕਰਦੇ,
ਜਿਹੜੇ ਸਿੱਖਾਂ ਨੇ ਸੋਚਿਆ ਅਸੀਂ ਹੁਣ ਜਾਨ ਬਚਾ ਲਈਏ, ਉਹ ਦਰਿਆ ਦੇ ਵੱਲ ਦੌੜੇ ਵੀ ਅਸੀਂ ਪੁਲ ਪਾਰ ਕਰ ਜਾਈਏ। ਪੁਲ ਪਹਿਲਾਂ ਹੀ ਤੋੜਿਆ ਹੋਇਆ। ਕੁਝ ਸਿੱਖ ਦਰਿਆ ਦੇ ਵਿੱਚ ਵੈਸੇ ਹੀ ਰੁੜ ਗਏ, ਡੁੱਬ ਗਏ, ਤੇ ਕੁਝ ਨੂੰ ਤੇਜਾ ਸਿੰਘ ਦੀ ਫੌਜ ਜੋ ਕਿਨਾਰੇ ਤੇ ਖੜੀ ਹੈ, ਉਹਨਾਂ ਨੇ ਆਪਣੀਆਂ ਬੰਦੂਕਾਂ ਤੇ ਤੋਪਾਂ ਦੀ ਵਰਤੋਂ ਕਰਕੇ ਸ਼ਹੀਦ ਕਰ ਦਿੱਤਾ ਗਿਆ। ਕੁਝ ਫੌਜ ਨੂੰ ਅੰਗਰੇਜ਼ਾਂ ਨੇ ਸ਼ਹੀਦ ਕਰ ਦਿੱਤਾ ਗਿਆ, ਜਿਸ ਕਰਕੇ ਸਿੱਖ ਇਹ ਜੰਗ ਹਾਰ ਗਏ। ਸਭਰਾਵਾਂ ਦੀ ਜੰਗ ਦੇ ਵਿੱਚ 10 ਫਰਵਰੀ 1846 ਨੂੰ ਆਪਣਿਆਂ ਦੀ ਗਦਾਰੀ ਕਰਕੇ ਸਿੱਖ ਹਨ ਉਹ ਜੰਗ ਹਾਰ ਗਏ ਹੈ। ਤੇ ਸ਼ਾਮ ਸਿੰਘ ਅਟਾਰੀ ਵਾਲਾ, ਜਿਹਨੇ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮ ਨਹੀਂ ਪੈਣ ਦਿੱਤੀ, ਹਮੇਸ਼ਾ ਹੀ ਦੁਪਹਿਰ ਦੀ ਤਰ੍ਹਾਂ ਟਹਿਕਦਾ ਰਿਹਾ, ਉਹ ਸ਼ਾਮ ਸਿੰਘ ਅਟਾਰੀ ਵਾਲੇ ਦੀ ਜ਼ਿੰਦਗੀ ਦੇ ਵਿੱਚ ਵੀ ਇਸ ਸਭਰਾਵਾਂ ਦੇ ਜੰਗ ਦੇ ਵਿੱਚ ਸ਼ਾਮ ਪੈ ਗਈ, ਉਹ ਵੀ ਸ਼ਹੀਦ ਹੋ ਗਿਆ। ਸਿੱਖ ਲਵਾਰਸ ਪਏ ਹੈ ਜ਼ਖਮੀ ਰੂਪ ਦੇ ਵਿੱਚ, ਕੁਝ ਸਹਿਕ ਰਹੇ ਹੈ, ਕੁਝ ਦਰਿਆ ਦੇ ਵਿੱਚ ਰੁੜ ਗਏ ਹੈ, ਤੇ ਉਹਨਾਂ ਨੂੰ ਚੁੱਕਣ ਵਾਲਾ ਕੋਈ ਨਹੀਂ। ਤੇ ਅੰਗਰੇਜ਼ ਫੌਜ ਨੇ ਕੀ ਕੀਤਾ, ਬਾਅਦ ਦੇ ਵਿੱਚ ਜਿਹੜੇ ਸਿੱਖ ਸਹਿਕਦੇ ਹੈ, ਜ਼ਖਮੀ ਹੈ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ। ਦੁਪਹਿਰ ਤੋਂ ਬਾਅਦ ਅੰਗਰੇਜ਼ ਇਹ ਜੰਗ ਜਿੱਤ ਗਏ। ਸ਼ਾਮ ਦਾ ਵਕਤ ਹੋਇਆ। ਆਪਾਂ ਵੇਖ ਸਕਦੇ ਹਾਂ ਜਦੋਂ ਕੋਈ ਵੀ ਮਨੁੱਖ ਕਿਸੇ ਵੀ ਪੱਖ ਤੋਂ ਜਿੱਤ ਹਾਸਲ ਕਰ ਲੈਂਦਾ, ਉਹਦੀ ਜ਼ਿੰਦਗੀ ਦੇ ਵਿੱਚ ਖੁਸ਼ੀ ਦੇ ਪਲ ਆਉਂਦੇ ਆ, ਉਹ ਨਸ਼ੇ ਦੀ ਵਰਤੋਂ ਕਰਦਾ। ਤੇ ਅੰਗਰੇਜ਼ ਤਾਂ ਕਰਦੇ ਹੀ ਕਰਦੇ। ਇਹਨਾਂ ਦੇ ਵੱਲੋਂ ਸ਼ਾਮ ਨੂੰ ਨਸ਼ੇ ਦੀ ਵਰਤੋਂ ਕੀਤੀ ਗਈ ਹੈ। ਇੱਕ ਦੂਸਰੇ ਦੇ ਨਾਲ ਸ਼ਰਾਬ ਦੇ ਪਿਆਲੇ ਸਾਂਝੇ ਕੀਤੇ ਗਏ ਹਨ। ਜੋ ਹਾਰਡਿੰਗ ਹੈ ਉਹ ਮੈਦਾਨੇ ਜੰਗ ਦੇ ਵਿੱਚ ਆਉਂਦਾ ਸ਼ਾਮ ਨੂੰ, ਉਹਦੀ ਫੌਜ ਦੇ ਬੰਦੇ ਵੀ ਕਤਲ ਕੀਤੇ ਪਏ ਆ, ਸ਼ਹੀਦ ਹੋਏ ਪਏ ਆ, ਜ਼ਖਮੀ ਨੇ, ਉਹ ਕਿਸੇ ਦੇ ਕੋਲ ਨਹੀਂ ਰੁਕਦਾ। ਸ਼ਾਮ ਸਿੰਘ ਅਟਾਰੀ ਵਾਲੇ ਦੀ ਲਾਸ਼ ਪਈ ਹੈ, ਸਰੀਰ ਪਿਆ, ਉਸ ਦੇ ਕੋਲ ਆ ਕੇ ਰੁਕ ਜਾਂਦਾ। ਉਸ ਦੇ ਕੋਲ ਰੁਕ ਕੇ ਆਪਣੇ ਮਨ ਹੀ ਮਨ ਦੇ ਵਿੱਚ ਕੁਝ ਸੋਚਦਾ ਹੈ। ਜਦੋਂ ਉਹ ਗਹਿਰੀ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ, ਉਸ ਸਮੇਂ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਜੋ ਇੱਕ ਨੌਕਰ ਹੈਗਾ ਇਸ ਹਾਰਡਿੰਗ ਦਾ, ਇਹ ਹਾਰਡਿੰਗ ਬਹੁਤ ਹੀ ਵਧੀਆ ਆਫੀਸਰ ਸੀ, ਵਧੀਆ ਯੋਧਾ ਸੀ, ਕਿਉਂਕਿ ਇਹਨੇ ਵਾਟਰਲੂ ਦੀ ਲੜਾਈ ਵੀ ਲੜੀ ਹੈ ਨੈਪੋਲੀਅਨ ਦੇ ਨਾਲ। ਉਦੋਂ ਇਸ ਨੂੰ ਤਲਵਾਰ ਵੀ ਮਿਲੀ ਸੀ ਸਨਮਾਨ ਦੇ ਰੂਪ ਦੇ ਵਿੱਚ। ਬਹੁਤ ਵਧੀਆ ਵਿਅਕਤੀ ਸੀ ਇਹ, ਸੂਝਵਾਨ ਸੀ, ਜੰਗ ਦੇ ਵਿੱਚ ਜੰਗ ਕਿਵੇਂ ਕਰਨੀ ਹੈ ਮਾਹਰ ਸੀ। ਇਹ ਸ਼ਾਮ ਸਿੰਘ ਅਟਾਰੀ ਵਾਲੇ ਦੇ ਕੋਲ ਰੁਕ ਕੇ ਕਿਸੇ ਗਹਿਰੀ ਚਿੰਤਾ ਦੇ ਵਿੱਚ ਡੁੱਬਿਆ ਹੋਇਆ ਹੈ। ਇੱਕ ਨੌਕਰ ਇਸ ਨੂੰ ਸ਼ਰਾਬ ਦਾ ਪਿਆਲਾ ਫੜਾਉਂਦਾ ਵੀ ਤੁਸੀਂ ਸ਼ਰਾਬ ਪੀਓ ਤੇ ਜਸ਼ਨ ਮਨਾਓ। ਅੱਜ ਆਪਾਂ ਬਤੌਰ ਹਾਕਮ ਪੰਜਾਬ ਦੇ ਵਿੱਚ ਕਾਬਜ ਹੋ ਗਏ ਹਾਂ। ਅੱਜ ਤੋਂ ਪਹਿਲਾਂ ਵੀ ਆਪਾਂ ਪੰਜਾਬ ਦੇ ਵਿੱਚ ਆਏ ਹਾਂ, ਪੰਜਾਬ ਦੀ ਧਰਤੀ ਤੇ ਪੈਰ ਰੱਖੇ ਹੈ, ਪਰ ਉਦੋਂ ਆਪਾਂ ਮਹਿਮਾਨ ਬਣ ਕੇ ਆਉਂਦੇ ਸੀ। ਅੱਜ ਪਹਿਲੀ ਵਾਰ ਆਪਾਂ ਮਾਲਕ ਬਣੇ ਆ ਇਸ ਧਰਤੀ ਤੇ, ਇਸ ਸਿੱਖ ਰਾਜ ਦੇ ਆਪਾਂ ਹਾਕਮ ਬਣ ਗਏ ਆ। ਤੁਹਾਨੂੰ ਖੁਸ਼ੀ ਮਨਾਉਣੀ ਚਾਹੀਦੀ ਆ, ਆਹ ਪਿਆਲਾ ਲਓ ਤੇ ਪੀਓ। ਉਸ ਸਮੇਂ ਹਾਰਡਿੰਗ ਨੇ ਉਹ ਪਿਆਲੇ ਦੇ ਉੱਪਰ ਹੱਥ ਮਾਰਿਆ, ਉਹ ਪਿਆਲਾ ਸ਼ਰਾਬ ਦਾ ਧਰਤੀ ਤੇ ਡਿੱਗਿਆ, ਤੇ ਉਸ ਸਮੇਂ ਹਾਰਡਿੰਗ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜੋ ਉਹਦੇ ਮਨ ਦੇ ਵਿੱਚ ਖਿਆਲ ਸੀ ਉਹ ਪ੍ਰਗਟ ਕੀਤੇ ਬੋਲ ਕੇ। ਹਾਰਡਿੰਗ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਸੰਬੋਧਨ ਹੋ ਕੇ ਕਹਿੰਦਾ ਕਿ ਸ਼ਾਮ ਸਿੰਘ ਅਟਾਰੀ ਵਾਲੇ, ਅਸੀਂ ਤੁਹਾਡੇ ਵਰਗਾ ਇਮਾਨਦਾਰ, ਆਪਣੀ ਕੌਮ ਦੇ ਪ੍ਰਤੀ, ਆਪਣੇ ਦੇਸ਼ ਦੇ ਪ੍ਰਤੀ ਸਮਰਪਿਤ ਯੋਧਾ ਨਹੀਂ ਵੇਖਿਆ। ਤੇ ਸ਼ਾਮ ਸਿੰਘ ਅਟਾਰੀ ਵਾਲੇ, ਤੁਸੀਂ ਜੰਗ ਦੇ ਵਿੱਚ ਹਾਰੇ ਨਹੀਂ, ਤੁਹਾਨੂੰ ਤੁਹਾਡੇ ਆਪਣਿਆਂ ਨੇ ਗਦਾਰੀ ਕਰਕੇ ਹਰਾਇਆ, ਤੇ ਅਸੀਂ ਜੰਗ ਦੇ ਵਿੱਚ ਜਿੱਤੇ ਨਹੀਂ ਹਾਂ, ਸਾਨੂੰ ਤੁਹਾਡੇ ਆਪਣਿਆਂ ਦੇ ਵੱਲੋਂ ਜਿਤਾਇਆ ਗਿਆ। ਤੇ ਹਾਰਡਿੰਗ ਨੇ ਸ਼ਾਮ ਸਿੰਘ ਅਟਾਰੀ ਵਾਲੇ ਦੀ ਲਾਸ਼ ਦੇ ਸਾਹਮਣੇ ਖੜ ਕੇ ਪੈਰਾਂ ਵਾਲੇ ਪਾਸੇ
ਸ਼ਾਮ ਸਿੰਘ ਅਟਾਰੀ ਵਾਲੇ ਨੂੰ ਸਲੂਟ ਮਾਰਿਆ, ਆਪਣੇ ਵੱਲੋਂ ਸਤਿਕਾਰ ਦਿੱਤਾ, ਆਪਣੇ ਵੱਲੋਂ ਸਤਿਕਾਰ ਦਿੱਤਾ ਗਿਆ। ਜੇਕਰ ਅਸੀਂ ਅੰਗਰੇਜ਼ ਜੋ ਇਸ ਜੰਗ ਦੇ ਵਿੱਚ ਮੌਜੂਦ ਸੀ, ਜਿਹੜੇ ਮੁਲਾਜ਼ਮ ਸੀਗੇ, ਵੱਡੇ ਗਫ ਸੀ, ਉਸ ਨੇ ਵੀ ਆਪਣੀ ਕਿਤਾਬ ਦੇ ਵਿੱਚ ਲਿਖਿਆ ਵੀ ਜੇਕਰ ਮੈਂ ਆਪਣੀ ਕੌਮ ਦੇ ਲਈ ਜਾਂ ਆਪਣੇ ਦੇਸ਼ ਦੇ ਲਈ ਨਾ ਲੜਦਾ ਹੁੰਦਾ ਤਾਂ ਅਸੀਂ ਕਦੇ ਵੀ ਜੋ ਸ਼ਾਮ ਸਿੰਘ ਅਟਾਰੀ ਵਾਲੇ ਵਰਗਾ ਯੋਧਾ ਹੈਗਾ, ਬਹਾਦਰ ਹੈਗਾ, ਸਮਰਪਿਤ ਹੈ ਆਪਣੇ ਸਿੱਖ ਰਾਜ ਦੇ ਪ੍ਰਤੀ, ਆਪਣੇ ਗੁਰੂ ਦੇ ਸਿਧਾਂਤਾਂ ਦੇ ਪ੍ਰਤੀ, ਅਸੀਂ ਇਹੋ ਜਿਹੇ ਬਹਾਦਰ ਯੋਧੇ ਦਾ ਕਦੇ ਵੀ ਕਤਲ ਨਾ ਕਰਦੇ। ਜੇਕਰ ਮੈਨੂੰ ਰਾਜਨੀਤੀ ਇਜਾਜ਼ਤ ਦਿੰਦੀ ਹੁੰਦੀ ਮੈਂ ਕਦੇ ਵੀ ਇਹੋ ਜਿਹੇ ਵਧੀਆ ਇਨਸਾਨ ਦਾ ਕਤਲ ਨਾ ਕਰਦਾ। ਉਹਨੇ ਕਤਲ ਸ਼ਬਦ ਵਰਤਿਆ, ਕਿਉਂ ਵਰਤਿਆ? ਲੜਾਈ ਦੇ ਵਿੱਚ ਦੋਵੇਂ ਤਰਫਾਂ ਤੋਂ ਹਮਲਾ ਹੁੰਦਾ ਹੈ, ਮਨੁੱਖ ਮਾਰੇ ਜਾਂਦੇ ਹੈ। ਆਪਣੀ ਕੌਮ ਦੇ ਬੰਦੇ ਸ਼ਹੀਦ ਕਹਿ ਦਿੰਦੇ ਆ ਵੀ ਸਾਡੀ ਕੌਮ ਦਾ ਬੰਦਾ ਸ਼ਹੀਦ ਹੋ ਗਿਆ, ਵਿਰੋਧੀ ਕੌਮ ਦਾ ਬੰਦਾ, ਵਿਰੋਧੀ ਫੌਜ ਦਾ ਬੰਦਾ ਕਹਿ ਦਿੰਦਾ ਵੀ ਅਸੀਂ ਦੁਸ਼ਮਣ ਮਾਰ ਦਿੱਤਾ। ਸ਼ਬਦਾਂ ਦੇ ਵਿੱਚ ਅੰਤਰ ਹੁੰਦਾ ਹੈ, ਪਰ ਉਹਨੇ ਸ਼ਬਦ ਵਰਤਿਆ ਵੀ ਅਸੀਂ ਸ਼ਾਮ ਸਿੰਘ ਅਟਾਰੀ ਵਾਲੇ ਦਾ ਕਤਲ ਨਾ ਕਰਦੇ। ਉਹਨੇ ਕਤਲ ਕਿਉਂ ਲਿਖਿਆ? ਕਿਉਂਕਿ ਇਹ ਜੰਗ ਹੀ ਧੋਖੇ ਦੇ ਨਾਲ ਕੀਤੀ ਗਈ ਹੈ, ਇਹਦੇ ਵਿੱਚ ਬੇਈਮਾਨੀ ਕੀਤੀ ਗਈ ਹੈ, ਗਦਾਰੀਆਂ ਕੀਤੀਆਂ ਗਈਆਂ, ਅਸਲੇ ਦੀ ਜਗ੍ਹਾ ਤੇ ਸਰੋਂ ਭੇਜੀ ਗਈ ਹੈ, ਦਰਿਆ ਦਾ ਪੁਲ ਤੋੜ ਦਿੱਤਾ ਗਿਆ। ਜਿਹੜੇ ਸਿੱਖ ਫੌਜ ਦੇ ਆਗੂ ਬਣ ਕੇ ਗਏ ਸੀ, ਤੇਜਾ ਸਿਉਂ ਵਰਗੇ, ਲਾਲ ਸਿਉਂ ਵਰਗੇ, ਉਹਨਾਂ ਦੇ ਵੱਲੋਂ ਹੀ ਫੌਜ ਤੇ ਹਮਲਾ ਕੀਤਾ ਗਿਆ। ਉਹ ਗਫ ਲਿਖਦਾ ਵੀ ਜੇਕਰ ਮੈਨੂੰ ਰਾਜਨੀਤੀ ਇਜਾਜ਼ਤ ਦਿੰਦੀ ਤਾਂ ਅਸੀਂ ਇਹੋ ਜਿਹੇ ਯੋਧੇ ਦਾ ਕਦੇ ਵੀ ਕਤਲ ਨਾ ਕਰਦੇ। ਆਖਰ ਸਿੱਖ 10 ਫਰਵਰੀ 1846 ਈਸਵੀ ਨੂੰ ਇਹ ਸਭਰਾਵਾਂ ਦੀ ਜੰਗ ਆਪਣਿਆਂ ਦੀ ਗਦਾਰੀ ਕਰਕੇ ਹਾਰ ਗਏ ਤੇ ਅੰਗਰੇਜ਼ ਹੈ ਉਹ ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰ ਗਏ ਹੈ। 12 ਫਰਵਰੀ 1846 ਈਸਵੀ ਨੂੰ ਜਿਹੜੇ ਇਹ ਆਫੀਸਰ ਹਨ ਆਪਣੀ ਫੌਜ ਦੇ ਨਾਲ ਪੰਜਾਬ ਦੇ ਵਿੱਚ ਦਾਖਲ ਹੁੰਦੇ ਆ, ਸਭ ਤੋਂ ਪਹਿਲਾਂ ਇਹ ਕਸੂਰ ਦੇ ਵਿੱਚ ਪਹੁੰਚਦੇ ਹੈ। ਤੇ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਆਪਣੇ ਰਾਜ ਨੂੰ ਵਧਾਉਣਾ ਸ਼ੁਰੂ ਕੀਤਾ ਸੀ, ਉਸ ਸਮੇਂ ਸਭ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਸੂਰ ਤੇ ਜਿੱਤ ਪ੍ਰਾਪਤ ਕੀਤੀ ਸੀ। ਪਹਿਲਾ ਜਿਹੜਾ ਇਲਾਕਾ ਜਿੱਤਿਆ ਸੀ ਰਣਜੀਤ ਸਿੰਘ ਨੇ, ਉਹ ਕਸੂਰ ਨੂੰ ਹੀ ਜਿੱਤਿਆ ਸੀ। ਤੇ ਅੰਗਰੇਜ਼ ਜਦੋਂ ਇਸ ਜੰਗ ਦੇ ਵਿੱਚ ਜਿੱਤ ਪ੍ਰਾਪਤ ਕਰ ਗਏ, ਪਹਿਲਾਂ ਸਭ ਤੋਂ ਉਹ ਕਸੂਰ ਦੇ ਵਿੱਚ ਹੀ ਪਹੁੰਚੇ ਹੈ। ਉਸ ਤੋਂ ਬਾਅਦ ਦੀਆਂ ਕੀ ਘਟਨਾਵਾਂ ਹਨ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਆਪ ਸਰਬੱਤ ਸੰਗਤਾਂ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।